जी सत श्री अकाल नमस्ते सारिਆਂ ਨੂੰ जी दोस्तों मैं ਤੁਹਾਡਾ ਭਰਾ ਬਰਜੇਸ਼ ਕੁਮਾਰ ठीक है जी। ਅੱਜ एक होर नवीं वीडियो लैके आए हाँ ਜਿਹੜਾ कि ਕਿੱਥੇ ਆ ਕੇ ਪੜ੍ਹਨਾ ਤਾਂ ਬਹੁਤ ਜ਼ਰੂਰੀ ਹੈਗਾ ਹੀ ਆ। ਪੜ੍ਹਾਈ ਦੇ ਨਾਲ ਨਾਲ ਕੰਮ ਕਿੱਦਾਂ ਲੱਭਿਆ ਜਾਵੇ, ਕਿਉਂਕਿ ਕੰਮ ਜਿਹੜਾ ਬੰਦਾ ਪੰਜਾਬ ਤੋਂ ਆਉਂਦਾ ਇੰਨੇ ਜ਼ਿਆਦਾ ਪੈਸੇ ਲਾ ਕੇ ਆਉਂਦਾ। ਠੀਕ ਆ ਜੀ, ਪਹਿਲੀ ਤਾਂ ਗੱਲ ਮੈਂ ਸਾਰਿਆਂ ਨੂੰ ਆਹੀ ਸਲਾਹ ਦਊਂਗਾ ਕਿ ਪਲੀਜ਼ ਅਗਰ ਤੁਸੀਂ ਪੈਸੇ ਕਮਾਉਣ ਆਉਣਾ ਤਾਂ ਸਟੱਡੀ ਵੀਜ਼ੇ ਤੇ ਨਾ ਆਓ, ਫਿਰ ਵਰਕ ਪਰਮਿਟ ਤੇ ਆ ਜਾਓ, ਕਿਉਂਕਿ ਉਹਦੇ ਨਾਲ ਤੁਹਾਡੀ ਲਾਈਫ ਬੜੀ ਈਜ਼ੀ ਹੋ ਜਾਣੀ ਹੈ ਇੱਥੇ। ਪਹਿਲੀ ਤਾਂ ਗੱਲ ਆ ਤੁਸੀਂ ਕਿਉਂਕਿ ਅਗਰ ਤੁਸੀਂ ਪੈਸੇ ਕਮਾਉਣ ਹੀ ਆ ਰਹੇ ਹੋ ਫਿਰ ਪੜ੍ਹ ਤੁਹਾਡੇ ਤੋਂ ਹੋਣਾ ਨਹੀਂ। ਠੀਕ ਹੈ ਜੀ, ਠੀਕ ਹੈ ਜੀ। ਫਿਰ ਤੁਸੀਂ ਹੋਰ ਹੀ ਕੰਮ ਦੇ ਚੱਕਰ 'ਚ ਪੈਣਾ ਤੇ ਬਾਅਦ 'ਚ ਤੁਹਾਡਾ ਵੀਜ਼ੇ ਦੀ ਵੀ ਪ੍ਰੋਬਲਮ ਪੈਣੀ ਆ, ਸਾਰੀ ਚੀਜ਼ਾਂ ਦੀ ਪ੍ਰੋਬਲਮ ਪੈਣੀ ਆ। ਤਾਂ ਇਸ ਤੋਂ ਮੱਚ ਬੈਟਰ ਆ ਕਿ ਜਿਹੜੀ ਤੁਹਾਡੀ ਇੰਟੈਂਸ਼ਨ ਆ, ਤੁਹਾਡੀ ਸਪੋਜ਼ ਕਰੋ ਪੈਸਾ ਕਮਾਉਣ ਦੀ ਇੰਟੈਂਸ਼ਨ ਆ, ਕੰਮ ਕਰਨ ਦੀ ਇੰਟੈਂਸ਼ਨ ਆ, ਤਾਂ ਫਿਰ ਅਗਰ ਮੱਚ ਬੈਟਰ ਆ ਕਿ ਪਹਿਲਾਂ ਤੁਸੀਂ ਵਰਕ ਪਰਮਿਟ ਵਰਕ ਵੀਜ਼ਾ ਦੀ ਉਹ ਤਲਾਸ਼ ਕਰੋ। ਅਗਰ ਨਹੀਂ ਮਿਲਦਾ, ਅਗਰ ਫਿਰ ਵੀ ਆਉਣਾ ਹੀ ਆ, ਫਿਰ ਤੁਸੀਂ ਸਟੂਡੈਂਟ ਵੀਜ਼ਾ ਲਾ ਕੇ ਆ ਜਾਓ। ਪਰ ਜੇ ਕਿਸੇ ਨੇ ਸੱਚਮੁੱਚ ਪੜ੍ਹਨਾ ਤੇ ਉਹ ਬੰਦਾ ਕੰਮ ਦੇ ਵੀਜ਼ੇ ਸਟੱਡੀ ਵੀਜ਼ੇ ਤੇ ਆ ਸਕਦਾ, ਕਿਉਂਕਿ ਉਹਦੇ ਨਾਲ ਕਿਉਂਕਿ ਇੱਦਾਂ ਕੰਮ ਆ ਕਿ ਜਦੋਂ ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਗੌਰਮੈਂਟ ਇੰਨਾ ਅਲਾਉ ਨਹੀਂ ਕਰਦੀ ਕੰਮ ਕਰਨਾ। 40 ਘੰਟੇ ਵੀਕ ਦੇ ਹੁੰਦੇ ਆ ਤੇ ਉਹਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਕਿ ਤੁਸੀਂ ਆਪਣਾ 40 ਘੰਟੇ ਕੰਮ ਕਰਕੇ, ਹਾਂ ਤੁਸੀਂ ਇੰਨਾ ਮੈਂ ਤੁਹਾਨੂੰ ਜ਼ਰੂਰ ਕਹਿ ਸਕਦਾ ਕਿ ਉਹਦੇ ਨਾਲ ਤੁਸੀਂ ਆਪਣਾ ਘਰ ਦਾ ਖਰਚਾ ਪਾਣੀ ਜ਼ਰੂਰ ਕੱਢ ਸਕਦੇ ਹੋ। ਤੇ ਜਿਹੜੇ ਤੁਹਾਨੂੰ 3 ਮਹੀਨੇ ਛੁੱਟੀਆਂ ਮਿਲ ਜਾਂਦੀਆਂ ਨੇ ਤੇ ਉਹਦੇ ਵਿੱਚ ਤੁਸੀਂ ਆਪਣੀ ਫੀਸ ਰਿਕਵਰ ਕਰ ਸਕਦੇ ਹੋ। ਪਰ ਇੰਨਾ ਨਹੀਂ ਤੁਸੀਂ ਕਰ ਸਕਦੇ ਕਿ ਹਾਂ ਤੁਸੀਂ ਇੰਡੀਆ ਦੇ ਵਿੱਚੋਂ ਜਿਹੜੇ ਪੈਸੇ ਲਾ ਕੇ ਆਏ ਹੋ। ਹੁਣ ਮੈਨੂੰ ਤਾਂ ਪਤਾ ਨਹੀਂ, ਕੋਈ ਬੰਦਾ 4 ਲੱਖ ਲਾ ਕੇ ਆਉਂਦਾ, ਕੋਈ 6 ਲੱਖ ਲਾ ਕੇ ਆਉਂਦਾ, ਪਰ ਇੰਨਾ ਤਾਂ ਨਹੀਂ ਲੱਗਦਾ, ਪਰ ਲਾ ਕੇ ਆ ਜਾਂਦਾ। ਜੇ ਬੰਦਾ ਉਹ ਸੋਚੇ ਕਿ ਮੈਂ ਇੱਥੇ ਯੂਰਪ ਦੇ ਵਿੱਚ ਨਾਲੇ ਸਟੱਡੀ ਕਰ ਲੂੰ, ਨਾਲੇ ਉਹਨੇ ਕੰਮ ਕਰਕੇ ਨਾਲੇ ਮੈਂ ਉਹ ਆਪਣਾ ਤਾਰ ਲੂੰ, ਠੀਕ ਹੈ ਜੀ, ਤਾਰ ਸਕਦਾ। ਵੈਸੇ ਬੰਦੇ ਦੀ ਆਪਣੀ ਹਿੰਮਤ ਵੀ ਹੁੰਦੀ ਆ, ਪਰ ਮੇਰੇ ਹਿਸਾਬ ਨਾਲ ਮੁਸ਼ਕਿਲ ਆ, ਬਹੁਤ ਜ਼ਿਆਦਾ ਮੁਸ਼ਕਿਲ ਆ। ਤਾਂ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਇੱਥੇ ਆਉਂਦੇ ਹੋ ਤਾਂ ਪਹਿਲਾਂ ਸਟੱਡੀ ਨੂੰ ਮੂਹਰੇ ਰੱਖ ਕੇ ਆਓ। ਅਗਰ ਤੁਸੀਂ ਪੈਸੇ ਕਮਾਉਣ ਜਾਂ ਕੰਮ ਦੇ ਬੇਸ 'ਤੇ ਆਉਣਾ ਤਾਂ ਵਰਕ ਪਰਮਿਟ 'ਤੇ ਹੀ ਆਓ। ਚਲੋ ਜੀ, ਹੁਣ ਆਪਾਂ ਆਪਣਾ ਜਿਹੜਾ ਮੇਨ ਮੁੱਦਾ ਉਹ ਡਿਸਕਸ ਕਰਦੇ ਹਾਂ। ਉਹ ਮੇਨ ਮੁੱਦਾ ਹੈਗਾ ਕਿ ਜਦੋਂ ਬੰਦਾ ਆਉਂਦਾ ਕਿ ਉਹਨੂੰ ਕੰਮ ਲੱਭਣ ਦੇ ਵਿੱਚ ਕਿਹੜੀ ਕਿਹੜੀ ਮੁਸ਼ਕਿਲਾਂ ਆਉਂਦੀਆਂ ਨੇ, ਕਿਹੜੀ ਕਿਹੜੀ ਚੀਜ਼ ਉਹਦੇ 'ਚ ਆਉਣੀ ਚਾਹੀਦੀ ਆ ਅਤੇ ਕਿਹੜੀ ਕਿਹੜੀ ਚੀਜ਼ ਉਹਨੂੰ ਪਹਿਲੇ ਹੀ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ। ਦੇਖੋ ਜੀ, ਪਹਿਲੀ ਗੱਲ, ਜਦੋਂ ਤੁਸੀਂ ਯੂਰਪ ਦੇ ਵਿੱਚ ਆਉਂਦੇ ਹੋ ਤੁਹਾਨੂੰ ਸਭ ਤੋਂ ਬੜੀ ਪ੍ਰੋਬਲਮ ਜਿਹੜੀ ਪੈਣੀ ਆ ਉਹ ਪੈਣੀ ਆ ਲੈਂਗੁਏਜ ਦੀ, ਕਿਉਂਕਿ ਹਰ ਯੂਰਪੀਅਨ ਕੰਟਰੀ ਦੇ ਵਿੱਚ ਆਪਣੀ ਅਲੱਗ ਹੀ ਲੈਂਗੁਏਜ ਆ। ਅਤੇ ਜਦੋਂ ਵੀ ਤੁਸੀਂ 70% ਜੋਬਾਂ ਉੱਥੇ ਹੀ ਮਿਲਦੀਆਂ ਨੇ, ਉਹਨਾਂ ਨੂੰ ਲੈਂਗੁਏਜ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਪਰ ਅਗਰ ਤੁਹਾਨੂੰ ਇੰਗਲਿਸ਼ ਵਧੀਆ ਤਰੀਕੇ ਨਾਲ ਆਉਂਦੀ ਆ ਤਾਂ ਤੁਸੀਂ ਵਧੀਆ ਤਰੀਕੇ ਨਾਲ ਜੋਬ ਵੀ ਲੱਭ ਸਕਦੇ ਹੋ। ਕਾਫੀ ਤਰ੍ਹਾਂ ਦੀਆਂ ਜੋਬਸ ਨੇ ਜਿਹੜੀਆਂ ਇੰਗਲਿਸ਼ ਸਪੀਕਿੰਗ ਪਰਸਨ ਦੇ ਲਈ ਹੁੰਦੀਆਂ ਨੇ ਇੱਥੇ। ਤੁਸੀਂ ਇਹ ਲਾਓ ਟੀਚਿੰਗ ਦੀ ਜੋਬਸ, ਅਗਰ ਤੁਹਾਨੂੰ ਇੰਗਲਿਸ਼ ਬਹੁਤ ਵਧੀਆ ਆਉਂਦੀ ਆ ਤੁਸੀਂ ਟੀਚਿੰਗ ਦੀ ਜੋਬ ਕਰ ਸਕਦੇ ਹੋ। ਠੀਕ ਆ ਜੀ, ਕਿਤੇ ਕਸਟਮਰ ਕੇਅਰ ਦੀ ਜੋਬ ਕਰ ਸਕਦੇ ਹੋ। ਠੀਕ ਆ ਜੀ, ਅਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਜੋਬਸ ਨੇ। ਕੋਈ ਰੈਸਟੋਰੈਂਟ ਦੀ ਜੋਬ ਕਰ ਸਕਦੇ ਹੋ। ਰੈਸਟੋਰੈਂਟ ਦੇ ਵਿੱਚ ਕੁਛ ਇੱਦਾਂ ਹੁੰਦਾ, ਕਈਆਂ ਦੇ ਵਿੱਚ ਇੰਨੀ ਚੈੱਕ ਜਾਂ ਉੱਧਰਲੀ ਯੂਰਪੀਅਨ ਲੈਂਗੁਏਜ ਦੀ ਰਿਕੁਆਇਰਮੈਂਟ ਹੁੰਦੀ ਆ, ਪਰ ਇੰਨੀ ਜ਼ਿਆਦਾ ਵੀ ਨਹੀਂ ਹੁੰਦੀ। ਲੋਕ ਅੰਡਰਸਟੂਡ ਕਰਦੇ ਆ ਇੰਗਲਿਸ਼, ਅਤੇ ਉੱਥੇ ਵੀ ਤੁਹਾਨੂੰ ਜੋਬਸ ਮਿਲ ਜਾਂਦੀਆਂ ਨੇ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇੰਗਲਿਸ਼ ਵਧੀਆ ਹੋਣੀ ਚਾਹੀਦੀ ਆ, ਤਾਂ ਤੁਹਾਨੂੰ ਕੰਮ ਆਰਾਮਦਾਈ ਨਾਲ ਮਿਲ ਜਾਏਗਾ ਇੱਥੇ। ਅਤੇ ਦੂਜੀ ਗੱਲ, ਕਦੇ ਵੀ ਇੱਥੇ ਆ ਕੇ ਕਦੇ ਵੀ ਪੈਸੇ ਦਾ ਲਾਲਚ ਨਾ ਕਰੋ ਜਿੰਨਾ ਤੱਕ ਤੁਹਾਡੀ ਸਟੱਡੀ ਚੱਲ ਰਹੀ ਆ। ਕਿਉਂਕਿ ਮੈਂ ਬੱਚੇ ਕਾਫੀ ਦੇਖਿਆ ਜਿਹੜੇ ਪੈਸੇ ਦਾ ਲਾਲਚ ਕਰਕੇ ਨਾ ਉਹਨਾਂ ਨੇ ਆਪਣੀ ਸਟੱਡੀ ਬਿਲਕੁਲ ਬੇਕਾਰ ਕਰਤੀ ਅਤੇ ਬਾਅਦ 'ਚੋਂ ਉਹਨਾਂ ਦਾ ਵੀਜ਼ਾ ਵੀ ਨਹੀਂ ਲੱਗਿਆ ਵੀਜ਼ੇ ਲਈ, ਕਿਉਂਕਿ ਉਦੋਂ ਬਾਅਦ ਉਹ ਸਟੂਡੈਂਟ ਸਕੂਲ ਜਾਣਾ ਛੱਡ ਦਿੰਦੇ ਆ। ਅਤੇ ਜਦੋਂ ਉਹ ਬਾਅਦ 'ਚੋਂ ਕਹਿੰਦੇ ਆ, ਜਦੋਂ ਸਾਲ ਪੂਰਾ ਹੋ ਜਾਂਦਾ, ਜਦੋਂ ਸਟੂਡੈਂਟ ਜਾ ਕੇ ਉੱਥੇ ਯੂਨੀਵਰਸਿਟੀ ਨੂੰ ਕਹਿੰਦੇ ਆ ਕਿ ਸਾਨੂੰ ਪੇਪਰ ਦਿਓ, ਅਸੀਂ ਆਪਣਾ ਵੀਜ਼ਾ ਰੀਨਿਊ ਕਰਾਉਣਾ, ਅਤੇ ਭਾਈ ਯੂਨੀਵਰਸਿਟੀ ਵਾਲੇ ਕਹਿੰਦੇ ਕਿ ਭਾਈ ਤੂੰ ਤਾਂ ਇੱਥੇ ਆਇਆ ਹੀ ਨਹੀਂ ਹੈਗਾ, ਅਸੀਂ ਤੈਨੂੰ ਕਿੱਦਾਂ ਪੇਪਰ, ਕਿਉਂਕਿ ਹਰ ਯੂਨੀਵਰਸਿਟੀ ਦਾ ਯੂਰਪ ਦੇ ਵਿੱਚ ਕੁਛ ਯੂਨੀਵਰਸਿਟੀਆਂ ਇੰਨੀਆਂ ਸਟ੍ਰਿਕਟ ਨੇ, ਉਹਨਾਂ ਦਾ ਇੱਕ ਕ੍ਰਾਈਟੇਰੀਆ ਰੱਖਿਆ ਹੁੰਦਾ ਕਿ ਅਗਰ ਬੱਚੇ ਦੀ ਅਟੈਂਡੈਂਸ ਇੰਨੀ ਆ ਅਤੇ ਉਹ ਇੰਨੇ ਸਬਜੈਕਟ ਪਾਸ ਕੀਤੇ ਹੋਏ ਆ ਤਾਂ ਉਹ ਨੈਕਸਟ ਸਮੈਸਟਰ ਦੇ ਵਿੱਚ ਜਾ ਸਕਦਾ, ਅਦਰਵਾਈਜ਼ ਉਹਨੂੰ ਪੇਪਰ ਵੀ ਇਸ਼ੂ ਨਹੀਂ ਕਰਦੇ। ਤਾਂ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਕਿ ਐਟਲੀਸਟ ਅਗਰ ਤੁਹਾਨੂੰ ਹਫ਼ਤੇ ਦੇ ਵਿੱਚ ਸਮਝ ਲਓ ਤੁਹਾਨੂੰ ਹਫ਼ਤੇ ਦੇ ਵਿੱਚ 40 ਘੰਟੇ ਕੰਮ ਮਿਲ ਜਾਂਦਾ, ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ। ਅਤੇ ਤਾਂ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਹਫ਼ਤੇ ਦੇ ਵਿੱਚ ਥੋੜ੍ਹਾ ਮੋਟਾ 20 ਘੰਟੇ 20-25 ਘੰਟੇ ਤੁਹਾਨੂੰ ਕੰਮ ਮਿਲਦਾ, ਤੁਸੀਂ ਆਰਾਮ ਦੇ ਨਾਲ ਕਰ ਸਕਦੇ ਹੋ। ਤੁਹਾਡਾ ਇੰਨੇ ਦੇ ਵਿੱਚ ਹੀ ਤੁਹਾਡਾ ਖਾਣ ਪੀਣ ਅਤੇ ਰਹਿਣ ਸਹਿਣ ਵਧੀਆ ਤਰੀਕੇ ਨਾਲ ਨਿਕਲ ਜਾਣਾ। ਠੀਕ ਹੈ ਜੀ, ਅਤੇ ਤੁਹਾਡੀ ਯੂਨੀਵਰਸਿਟੀ ਵੀ ਵਧੀਆ ਤਰੀਕੇ ਨਾਲ ਨਿਕਲ ਜਾਣੀ ਹੈ, ਅਤੇ ਤੁਸੀਂ ਵੀਜ਼ਾ ਵੀ ਤੁਹਾਡੇ ਪੱਕੇ ਹੋਣ ਦੇ ਚਾਂਸਸ ਵੀ ਵੱਧ ਜਾਣੇ ਆ। ਅਤੇ ਬਾਅਦ 'ਚ ਜਦੋਂ ਤੁਹਾਡੀ ਡਿਗਰੀ ਇੱਥੇ ਕੰਪਲੀਟ ਹੋ ਜਾਂਦੀ ਆ ਤੁਹਾਨੂੰ ਈਜ਼ੀਲੀ ਜੋਬ ਮਿਲ ਸਕਦੀ ਆ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ। ਬਾਕੀ ਜਿਹੜੀ ਤੀਜੀ ਗੱਲ ਆਪਾਂ ਤੁਹਾਡੇ ਨਾਲ ਡਿਸਕਸ ਕਰਨੀ ਆ ਕਿ ਇੱਥੇ ਕੰਮ ਕਿੱਦਾਂ ਲੱਭਿਆ ਜਾਵੇ। ਇੱਥੇ ਕੰਮ ਲੱਭਣ ਦੇ 2 ਤਰੀਕੇ ਆ। ਪਹਿਲਾ ਤਰੀਕਾ,
ਡਾਇਰੈਕਟ ਤੁਸੀਂ ਕਿਸੇ ਰੈਸਟੋਰੈਂਟ 'ਚ ਜਾ ਕੇ ਪੁੱਛ ਸਕਦੇ ਹੋ, ਠੀਕ ਹੈ, ਜਿਹੜਾ ਟ੍ਰੈਡੀਸ਼ਨਲ ਵੇ ਨਾਲ ਪੁੱਛਦੇ ਆ, ਠੀਕ ਹੈ ਜੀ। ਪਰ ਜਿਹੜਾ ਸਭ ਤੋਂ ਮੇਨ ਤਰੀਕਾ ਜਿਹੜਾ ਸਾਰੇ ਇੱਥੇ ਯੂਰਪ ਦੇ ਵਿੱਚ ਚੱਲਦਾ ਕਿ ਤੁਹਾਡੇ ਇੱਥੇ ਨਾ ਵੈਬਸਾਈਟਾਂ ਬਣੀਆਂ ਹੁੰਦੀਆਂ ਨੇ ਕੰਮ ਦੀਆਂ, ਅਤੇ ਉੱਥੇ ਜਾ ਕੇ ਤੁਹਾਨੂੰ ਅਪਲਾਈ ਕਰਨਾ ਪੈਂਦਾ, ਅਤੇ ਉੱਥੇ ਵਿੱਚ ਤੁਹਾਨੂੰ ਆਪਣੀ CV ਭੇਜਣੀ ਪੈਂਦੀ ਆ ਅਤੇ ਕਵਰ ਲੈਟਰ ਭੇਜਣੀ ਪੈਂਦੀ ਆ। ਅਤੇ ਮੈਂ ਤੁਹਾਨੂੰ ਇਹੀ ਕਹਿਣਾ ਕਿ CV ਕਿਵੇਂ ਬਣਾਉਣੀ ਆ, CV ਬਣਾ ਤਾਂ ਹਰ ਲੈਂਦਾ, ਪਰ ਉਹ ਵਧੀਆ ਤਰੀਕੇ ਨਾਲ ਕਿੱਦਾਂ ਬਣਾਉਣੀ ਆ, ਇਹ ਇੰਡੀਆ ਦੇ ਵਿੱਚੋਂ ਸਿੱਖ ਕੇ ਆਓ, ਜਾਂ ਫਿਰ ਤੁਹਾਡਾ ਕੋਈ ਵੀ ਬੰਦਾ ਤੁਹਾਡਾ ਸੀਨੀਅਰ ਆ ਉਹਦੇ ਨਾਲ ਇਹ ਡਿਸਕਸ ਕਰੋ ਕਿ ਮੈਂ ਕਿੱਦਾਂ CV ਬਣਾ ਸਕਦਾ ਵਧੀਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ CV ਕਿੱਦਾਂ ਬਣਦੀ ਆ, ਕਿੱਦਾਂ ਵਧੀਆ ਬਣਦੀ ਆ, ਕਿਉਂਕਿ ਜਿੰਨੀ ਤੁਸੀਂ CV ਵਧੀਆ ਬਣਾਓਗੇ ਤੁਹਾਡੇ ਜੋਬ ਲੈਣ ਦੇ ਚਾਂਸਸ ਉਨੀ ਜ਼ਿਆਦਾ ਵੱਧ ਜਾਂਦੇ ਆ। ਤਾਂ ਇਸ ਕਰਕੇ ਐਕਚੁਅਲੀ ਤੁਸੀਂ ਸਿੱਧਾ ਵੀ ਜਾ ਕੇ ਪੁੱਛ ਸਕਦੇ ਹੋ। ਅਗਰ ਤੁਸੀਂ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਤਾਂ ਤੁਸੀਂ ਰੈਸਟੋਰੈਂਟ ਸਿੱਧਾ ਜਾ ਕੇ ਵੀ ਪੁੱਛ ਸਕਦੇ ਹੋ, ਪਰ ਅਗਰ ਤੁਸੀਂ ਵਧੀਆ ਕੰਮ ਕਰਨਾ, ਕੋਈ ਵਧੀਆ ਪੇ 'ਤੇ ਕੰਮ ਕਰਨਾ, ਵਧੀਆ ਜੋਬ ਆਫਰ ਤੁਹਾਨੂੰ ਪਤਾ ਲੱਗੇ, ਕਿਉਂਕਿ ਇੱਥੇ ਇੱਦਾਂ ਦਾ ਹੁੰਦਾ, ਇੱਦਾਂ ਪਤਾ ਨਹੀਂ ਲੱਗਦਾ ਕਿ ਜੋਬ ਕਿੱਥੇ ਹੈਗੀ ਹੈ, ਅਤੇ ਇੰਟਰਨੈਟ 'ਤੇ ਹੀ ਪਤਾ ਲੱਗਦਾ, ਇੰਟਰਨੈਟ 'ਤੇ ਹੀ ਪਤਾ ਚੱਲਦਾ ਕਿ ਕਿਹੜੀ ਜੋਬ ਆ, ਕਿੱਥੇ ਜੋਬ ਆ। ਤੁਸੀਂ ਇੰਟਰਨੈਟ 'ਤੇ ਹੀ ਅਪਲਾਈ ਕਰ ਸਕਦੇ ਹੋ, ਉੱਥੇ ਹੀ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ, ਠੀਕ ਆ ਜੀ। ਅਤੇ ਇੱਦਾਂ ਬਹੁਤ ਈਜ਼ੀ ਹੋ ਜਾਂਦਾ ਅਗਰ ਤੁਸੀਂ ਪਹਿਲੇ ਹੀ ਆਪਣੇ ਆਪ ਨੂੰ ਐਜੂਕੇਟ ਕਰਕੇ ਆਓ ਇੰਡੀਆ ਤੋਂ, ਠੀਕ ਆ ਜੀ। ਚਲੋ ਜਿੰਨਾ ਵੀ ਹੋ ਸਕੇ ਉਨਾ ਕਰਕੇ ਆਓ ਤਾਂ ਤੁਹਾਨੂੰ ਇੱਥੇ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਬਾਕੀ ਤੁਸੀਂ ਰੈਸਟੋਰੈਂਟ 'ਚ ਵੀ ਕੰਮ ਕਰ ਸਕਦੇ ਹੋ, ਕੰਮ ਬਹੁਤ ਆ ਰੈਸਟੋਰੈਂਟ ਦਾ ਹੈਗਾ, ਕਾਫੀ ਕੰਮ ਛੋਟੇ ਤੋਂ ਛੋਟਾ ਵੀ ਆ, ਬੜੇ ਤੋਂ ਬੜੇ ਕੰਮ, ਛੋਟਾ ਬੜਾ ਤਾਂ ਨਹੀਂ ਹੁੰਦਾ, ਕਹਿਣ ਦਾ ਮਤਲਬ ਕਿ ਕੰਮ ਕਾਫੀ ਤਰ੍ਹਾਂ ਦੇ ਹੈਗਾ ਕਿ ਤੁਸੀਂ ਕਰ ਸਕਦੇ ਹੋ ਇੱਥੇ। ਅਤੇ ਇੰਗਲਿਸ਼ ਜ਼ਰੂਰ ਸਿੱਖ ਕੇ ਆਓ, ਪਰ ਮੈਂ ਇੰਨੀ ਗੱਲ ਹੈ, ਇੰਗਲਿਸ਼ ਤੁਹਾਡੀ ਬਹੁਤ ਵਧੀਆ ਹੋਣੀ ਚਾਹੀਦਾ ਤਾਂ ਕੰਮ ਤੁਹਾਨੂੰ ਮਿਲ ਹੀ ਜਾਣਾ ਇੱਥੇ। ਅਤੇ ਬਾਕੀ ਆਪਣਾ ਸਟੱਡੀ 'ਤੇ ਧਿਆਨ ਰੱਖੋ, ਠੀਕ ਹੈ ਜੀ। ਕੰਮ 'ਤੇ ਘੱਟ ਧਿਆਨ ਰੱਖੋ, ਕੰਮ ਉਨਾ ਹੀ ਕਰੋ ਕਿ ਜਿਹਦੇ ਨਾਲ ਤੁਹਾਡੀ ਵੱਧੋ ਵੱਧ ਫੀਸ ਅਤੇ ਖਾਣ ਪੀਣ ਨਿਕਲ ਜਾਵੇ, ਇਹ ਬਹੁਤ ਆ। ਅਗਰ ਤੁਸੀਂ ਆਪਣੀ ਫੀਸ ਅਤੇ ਖਾਣ ਪੀਣ ਕੱਢੀ ਜਾਂਦੇ ਹੋ ਨਾ, ਤੁਸੀਂ ਬਹੁਤ ਵਧੀਆ ਨਿਕਲ ਜਾਂਦਾ ਇੰਨਾ ਕੁਛ, ਬਹੁਤ ਵਧੀਆ। ਪਰ ਜ਼ਿਆਦਾ ਕੰਮ ਦੇ ਚੱਕਰਾਂ 'ਚ ਪੈ ਕੇ ਆਪਣੀ ਯੂਨੀਵਰਸਿਟੀ ਦੇ ਨਾਲ ਕੰਪਰੋਮਾਈਜ਼ ਨਾ ਕਰੋ, ਸਟੱਡੀ ਦੇ ਨਾਲ ਕੰਪਰੋਮਾਈਜ਼ ਨਾ ਕਰੋ। ਮੈਂ ਤੁਹਾਨੂੰ ਇਹੀ ਕਹਿਣਾ ਕਿ ਸਟੱਡੀ ਦੇ ਨਾਲ ਕਦੇ ਵੀ ਕੰਪਰੋਮਾਈਜ਼ ਨਾ ਕਰੋ। ਬਸ ਇਹ ਰੱਖੋ ਕਿ ਮੈਂ ਆਪਣੀ ਸਟੱਡੀ ਕੰਪਲੀਟ ਕਰਨੀ ਆ, ਬਾਅਦ 'ਚੋਂ ਮੈਂ ਆਪਣੀ ਵਧੀਆ ਜੋਬ, ਕਿਉਂਕਿ ਇੱਕ ਵਾਰ ਤੁਸੀਂ ਸਟੱਡੀ ਕੰਪਲੀਟ ਕਰ ਲਈ ਇੱਥੇ ਤਾਂ ਤੁਹਾਨੂੰ ਬਹੁਤ ਵਧੀਆ ਜੋਬ ਮਿਲ ਜਾਣੀ ਆ। ਤਾਂ ਮੈਂ ਤੁਹਾਨੂੰ ਇਹੀ ਕਹਿਣਾ ਕਿ ਕੰਮ ਕਰੋ, ਉਨਾ ਕੁ ਕਰੋ ਜਿੰਨੇ ਕੁ 'ਚ ਤੁਹਾਡਾ ਆਪਣਾ ਖਾਣ ਪੀਣ ਦਾ ਖਰਚਾ ਅਤੇ ਪਲੱਸ ਤੁਹਾਡੀ ਫੀਸ ਨਿਕਲ ਜਾਵੇ। ਪਰ ਜੇ ਤੁਸੀਂ ਪੈਸੇ ਇੰਡੀਆ ਤੋਂ ਫੜ ਕੇ ਲੈ ਕੇ ਤੁਸੀਂ ਉਹ ਵੀ ਪੂਰੇ ਕਰਨੇ ਆ, ਫਿਰ ਤਾਂ ਤੁਸੀਂ ਸਟੱਡੀ ਨਾਲ ਤੁਹਾਨੂੰ ਕੰਪਰੋਮਾਈਜ਼ ਕਰਨਾ ਹੀ ਪੈਣਾ, ਅਤੇ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਦਿੱਕਤ ਆਉਣੀ ਆ। ਜਾਂ ਫਿਰ ਤੁਹਾਡਾ ਇੱਦਾਂ ਤੁਸੀਂ ਜਿਉਂ ਸਟੂਡੈਂਟ ਕੰਮ ਦੇ ਵਿੱਚ ਪੈ ਜਾਂਦੇ ਆ, ਉਹਨਾਂ ਦਾ ਧਿਆਨ ਘੱਟਦਾ ਰਹਿੰਦਾ, ਬਾਅਦ 'ਚੋਂ ਸਟੱਡੀ ਛੱਡ ਦਿੰਦੇ ਆ, ਅਤੇ ਬਾਅਦ 'ਚੋਂ ਵੀਜ਼ੇ ਦੇ ਵੀ ਲਾਲੇ ਪੈ ਜਾਂਦੇ ਆ ਬਾਅਦ 'ਚੋਂ ਜਾ ਕੇ। ਤਾਂ ਹੁਣ ਤੱਕ ਭਰਾਵੋ ਇੰਨਾ ਹੀ, ਅਤੇ ਮੈਂ ਅਗਲੀ ਵੀਡੀਓ ਜ਼ਰੂਰ ਲੈ ਕੇ ਆਊਂਗਾ, ਠੀਕ ਆ ਜੀ। ਅਤੇ ਉਹਨਾਂ ਤੱਕ ਬਾਏ।